ਮੇਰੀ ਪਾਰਟੀ ਦੇ ਅੰਦਰ ਇਸ ਵੇਲੇ ਜਿਹੜੀ ਲੜਾਈ ਚੱਲ ਰਹੀ ਆ ਆਪਸ ਦੇ ਵਿੱਚ, ਜਿਹਦੇ ਨਾਲ ਪਾਰਟੀ ਦਾ ਬਹੁਤ ਨੁਕਸਾਨ ਹੋ ਰਿਹਾ ਕਿ ਮੈਂ ਉਹਦੇ ਕਰਕੇ ਅਸਤੀਫਾ ਦਿੱਤਾ। ਇਸ ਦਾ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੇ ਨਾਲ ਕੋਈ ਮੇਲ ਜੋਲ ਨਹੀਂ ਹੈ। ਹੁਣ ਜਦੋਂ 4-5 ਦਿਨ ਜਾਂ 10 ਦਿਨ ਕੋਰਟ ਲੱਗਣ 'ਚ ਰਹਿ ਗਏ ਆ, ਇਹਦੇ ਵਿੱਚ ਉਹਦੀ ਅਰੈਸਟ ਪੈਣੀ ਔਰ ਉਹਦੇ ਤੇ ਐਕਸ਼ਨ ਹੋਣਾ, ਇਹ ਕੁਛ ਨਾਮੁਮਕਿਨ ਜੀ ਗੱਲ ਹੈ। ਇਸ ਗੱਲ ਨੇ ਮੈਨੂੰ ਮਜਬੂਰ ਕੀਤਾ ਕਿ ਮੈਂ ਘੱਟੋ ਘੱਟ ਇਸ ਪਾਪ ਦਾ ਭਾਗੀਦਾਰ ਨਾ ਬਣਾ ਜਿਹੜਾ ਹੋਣ ਜਾ ਰਿਹਾ। ਜਿਹੜੇ ਬੀਜੇਪੀ 'ਚ ਸ਼ਾਮਲ ਹੋ ਰਹੇ ਨੇ ਉਹ ਇੱਕ ਤੇ ਨੇਤਾ ਨੇ, ਮੈਂ ਆਪਣੇ ਆਪ ਨੂੰ ਹਮੇਸ਼ਾ ਵਰਕਰ ਸਮਝਦਾ ਰਿਹਾ। ਜਿਵੇਂ ਹੀ ਵਿਧਾਨ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਆਉਂਦਾ ਜਾ ਰਿਹਾ ਹੈ, ਪੰਜਾਬ ਵਿੱਚ ਇਸ ਸਮੇਂ ਜੋੜ ਤੋੜ ਦੀ ਰਾਜਨੀਤੀ ਬਹੁਤ ਜ਼ੋਰਾਂ ਨਾਲ ਚੱਲ ਰਹੀ ਹੈ। ਪਿਛਲੇ ਕੁਝ ਦਿਨ ਪਹਿਲਾਂ ਵੀ ਕਾਂਗਰਸੀ ਵੱਡੇ ਲੀਡਰ ਭਾਜਪਾ ਦੇ ਵਿੱਚ ਸ਼ਾਮਿਲ ਹੋਏ, ਜਿਸ ਤੋਂ ਬਾਅਦ ਅੱਜ ਪਨਗਰੇਨ ਦੇ ਚੇਅਰਮੈਨ ਸੁਖਜਿੰਦਰ ਰਾਜ ਲਾਲੀ ਮਜੀਠੀਆ ਵੱਲੋਂ ਆਪਣੇ ਪਦ ਤੋਂ ਅਸਤੀਫਾ ਦੇ ਦਿੱਤਾ ਗਿਆ। ਜਿਸ ਤੋਂ ਬਾਅਦ ਸਿਆਸੀ ਗਲਿਆਰੇ 'ਚ ਇਹ ਗੱਲ ਵੀ ਚੱਲ ਰਹੀ ਕਿ ਹੁਣ ਸੁਖਜਿੰਦਰ ਰਾਜ ਲਾਲੀ ਮਜੀਠੀਆ ਕੀ ਭਾਜਪਾ 'ਚ ਸ਼ਾਮਿਲ ਹੋਣਗੇ। ਇਸ ਸਮੇਂ ਸੁਖਜਿੰਦਰ ਰਾਜ ਲਾਲੀ ਮਜੀਠੀਆ ਸਾਡੇ ਨਾਲ ਮੌਜੂਦ ਹੈ, ਗੱਲਬਾਤ ਕਰਦੇ ਹਾਂ। ਮਜੀਠੀਆ ਸਾਹਿਬ, ਕੀ ਇਹ ਅਸਤੀਫਾ ਸਮਝੀਏ ਕਿ ਭਾਜਪਾ 'ਚ ਸ਼ਾਮਿਲ ਹੋਗੇ? ਨਹੀਂ, ਇਹੋ ਜੀ ਕੋਈ ਗੱਲ ਨਹੀਂ ਹੈ ਜੀ। ਇਹ ਅਸਤੀਫਾ ਮੈਂ ਆਪਣੇ ਨਿੱਜੀ ਕਾਰਨਾਂ ਕਰਕੇ ਦਿੱਤਾ, ਜਾਂ ਜਿਹੜਾ ਮੇਰੀ ਪਾਰਟੀ ਦੇ ਅੰਦਰ ਇਸ ਵੇਲੇ ਜਿਹੜੀ ਲੜਾਈ ਚੱਲ ਰਹੀ ਆ ਆਪਸ ਦੇ ਵਿੱਚ, ਜਿਹਦੇ ਨਾਲ ਪਾਰਟੀ ਦਾ ਬਹੁਤ ਨੁਕਸਾਨ ਹੋ ਰਿਹਾ ਕਿ ਮੈਂ ਉਹਦੇ ਕਰਕੇ ਅਸਤੀਫਾ ਦਿੱਤਾ। ਇਸ ਦਾ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੇ ਨਾਲ ਕੋਈ ਮੇਲ ਜੋਲ ਨਹੀਂ ਹੈ ਜੀ। ਜਦੋਂ ਤੁਸੀਂ 2017 'ਚ ਇਲੈਕਸ਼ਨ ਲੜੇ ਸੀ ਬਿਕਰਮ ਸਿੰਘ ਮਜੀਠੀਆ ਦੇ ਓਪੋਜ਼ਿਟ, ਉਦੋਂ ਕਿਹਾ ਗਿਆ ਸੀ ਕਿ ਅਗਰ ਪੰਜਾਬ 'ਚ ਕਾਂਗਰਸ ਸਰਕਾਰ ਬਣੀ ਹੈ ਤੇ ਉਹਦਾ ਸਿੱਧਾ ਸ਼੍ਰੇਅ ਜਾਂਦਾ ਹੈ ਲਾਲੀ ਮਜੀਠੀਆ ਨੂੰ, ਕਿਉਂਕਿ ਤੁਹਾਡੇ ਕਰਕੇ ਹੀ ਬਿਕਰਮ ਮਜੀਠੀਆ ਆਪਣੇ ਇਲਾਕੇ 'ਚੋਂ ਬਾਹਰ ਨਹੀਂ ਜਾ ਸਕਿਆ, ਜਿਸ ਕਰਕੇ ਤੁਹਾਨੂੰ ਇਹ ਚੇਅਰਮੈਨੀ ਜਿਹੜੀ ਦਿੱਤੀ ਗਈ ਸੀ। ਫਿਰ ਆਖਿਰ ਮੌਕੇ ਤੇ ਕੀ ਇਦਾਂ ਦੀ ਲੋੜ ਆਣ ਪਈ? ਦੇਖੋ, ਇੱਕ ਗੱਲ ਕਿ ਪਹਿਲੀ ਗੱਲ ਤੇ ਇਹ ਕਿ ਉਦੋਂ ਜ਼ਰੂਰ ਇਹ ਸਮਝਿਆ ਜਾਂਦਾ ਰਿਹਾ ਸੀਗਾ ਜਿਸ ਦਿਨ ਜਿੱਤੇ ਨਹੀਂ, ਜਦੋਂ ਜਿੱਤ ਗਏ ਉਸ ਤੋਂ ਬਾਅਦ ਉਹ ਸਾਰੇ ਭੁੱਲ ਗਏ। ਔਰ ਉਹ ਤੁਸੀਂ ਇੱਕ ਦੇਖਿਆ ਹੋਵੇਗਾ ਕਿ ਇਹ ਤਾਂ ਮੈਨੂੰ ਹਾਲੀ ਸਿਰਫ ਜੂਨ ਦੇ ਵਿੱਚ ਇਹ ਅਹੁਦਾ ਦਿੱਤਾ ਗਿਆ, ਇਸ ਤੋਂ ਪਹਿਲਾਂ ਮੈਨੂੰ ਨਹੀਂ ਸੀ ਇਹ ਅਹੁਦਾ ਦਿੱਤਾ ਗਿਆ। ਉਹ ਤਾਂ ਇੱਕ ਕਹਿਣ ਦੀ ਗੱਲ ਹੁੰਦੀ ਆ, ਜਾਂ ਆਪਣੇ ਆਪ ਨੂੰ ਸਿੰਪਥੀ ਬਟੋਰਨ ਦੀ ਗੱਲ ਹੁੰਦੀ ਆ, ਜਿਹੜੀ ਕਿ ਉਸ ਵੇਲੇ ਪਾਰਟੀ ਸਾਡੀ ਦੇ ਵਰਕਰ ਸਾਹਿਬਾਨ, ਲੀਡਰ ਸਾਹਿਬਾਨ ਵੱਲੋਂ ਕੀਤੀ ਗਈ, ਔਰ ਜਿਹਦੇ ਮੈਂ ਆਖੇ ਲੱਗ ਕੇ ਮੈਂ ਇਸ ਪੱਖ ਤੋਂ ਪਛੜ ਗਿਆ। ਔਰ ਮੈਂ ਇੱਕ ਭੁਲੇਖੇ 'ਚ ਰਿਹਾ ਕਿ ਸ਼ਾਇਦ ਇਹਦੇ 'ਚ ਵਾਕਈ ਸੱਚ ਹੋਏਗਾ ਜੋ ਇਹ ਲੋਕ ਕਹਿ ਰਹੇ ਨੇ। ਇਹ ਕਹਿਣੀ ਤੇ ਕਥਨੀ ਦੇ ਜਿਹੜੇ ਆ ਉਹ ਬਿਲਕੁਲ ਕਲੋ ਧਨੀ ਹੋਣਗੇ, ਪਰ ਉਹ ਗੱਲ ਹੋਈ ਨਹੀਂ। ਸਵੇਰ ਤੋਂ ਖਬਰਾਂ ਸੁਣ ਰਿਹਾ ਮਜੀਠੇ ਹਲਕੇ 'ਚ ਲੋਕਾਂ ਦੀਆਂ ਵੀ ਗੱਲਾਂ ਸਾਹਮਣੇ ਆ ਰਹੀਆਂ ਸੀ ਕਿ ਬਿਕਰਮ ਸਿੰਘ ਮਜੀਠੀਆ ਤੇ ਜਿਹੜਾ ਮਾਮਲਾ ਦਰਜ ਹੋਇਆ, ਉਸ ਤੋਂ ਬਾਅਦ ਲਾਲੀ ਮਜੀਠੀਆ ਦੀ ਸਿੱਧੀ ਇਸ ਇਲਾਕੇ 'ਚੋਂ ਜਿੱਤ ਹੈ। ਲੇਕਿਨ ਸਵੇਰ ਵੇਲੇ ਯਕਦਮ ਹੈਰਾਨੀਜਨਕ ਤਰੀਕੇ ਨਾਲ ਅਸਤੀਫਾ ਸਾਹਮਣੇ ਆ ਜਾਣਾ, ਮਜੀਠਾ ਦੇ ਲੋਕ ਵੀ ਹੈਰਾਨ ਹੈ। ਜਿੱਤ ਦਾ ਮਸਲਾ ਨਹੀਂ ਹੈ ਜੀ, ਇੱਥੇ ਗੱਲ ਅਸੂਲਾਂ ਦੀ ਹੈ। ਔਰ ਜਿਹੜਾ ਡਰੱਗਸ ਦਾ ਮੁੱਦਾ ਔਰ ਜਿਹੜਾ ਬੇਅਦਬੀਆਂ ਦਾ ਮੁੱਦਾ, ਉਹਦੇ ਤੋਂ ਲਾਂਭੇ ਨਹੀਂ ਜਾਇਆ ਜਾ ਸਕਦਾ। ਬੇਸ਼ੱਕ ਉਹਦੇ ਤੇ ਕੇਸ ਦਰਜ ਹੋ ਗਿਆ, ਪਰ ਉਹਦੇ ਤੇ ਕੋਈ ਹਾਲੀ ਤੱਕ ਜੋ ਐਕਸ਼ਨ ਜਿਸ ਤਰੀਕੇ ਨਾਲ ਹੋਣਾ ਚਾਹੀਦਾ ਉਹ ਨਹੀਂ ਹੋਇਆ। ਜਿਹਦੇ ਕੋਲ Y+ ਸਿਕਿਉਰਿਟੀ ਹੋਵੇ ਤੇ ਉਹ ਵਿੱਚੋਂ ਕਿਵੇਂ ਨਿਕਲ ਸਕਦਾ, ਕੀ ਉਹਨੂੰ ਅਸਮਾਨ ਨਿਕਲ ਗਿਆ ਜਾਂ ਜ਼ਮੀਨ ਦੇ ਥੱਲੇ ਉਹ ਚਲੇ ਗਿਆ। ਇਹਦੇ ਬਾਰੇ ਇਹ ਗੱਲ ਕਹਿਣੀ ਕਿ ਉਹਨਾਂ ਤੇ ਐਕਸ਼ਨ ਉਹਦੇ ਤੇ ਹੋਇਆ ਹੈ, ਕੋਈ ਗੱਲ ਨਜ਼ਰ ਨਹੀਂ ਆ ਰਹੀ। ਮਜੀਠੀਆ ਸਾਹਿਬ, ਕਾਰਨ ਕੀ ਸਮਝੀਏ ਕਿ ਪਾਰਟੀ 'ਚੋਂ ਕੋਈ ਗੱਲਬਾਤ ਹੋਈ ਜਿਹੜਾ ਇਹ ਅਸਤੀਫਾ ਦਿੱਤਾ? ਨਹੀਂ, ਇਹਦੇ 'ਚ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੇਰੇ ਕੁਝ ਨਿੱਜੀ ਕਾਰਨ ਵੀ ਨੇ। ਬਾਕੀ ਪਾਰਟੀ ਦੀ ਜਿਹੜੀ ਲੜਾਈ ਆ ਔਰ ਉਹਨਾਂ ਮੁੱਦਿਆਂ ਤੇ ਜਿਨ੍ਹਾਂ ਦੇ ਬਾਰੇ ਅਸੀਂ ਕਸਮਾਂ ਖਾ ਕੇ, ਜਿਨ੍ਹਾਂ ਦੇ ਸਾਡੇ ਮੈਨੀਫੈਸਟੋ ਦੇ ਵਿੱਚ ਸੀ ਜਿਹੜੀਆਂ, ਉਹਨਾਂ ਤੇ ਜਦੋਂ ਅਸੀਂ ਪੂਰੇ ਨਹੀਂ ਉਤਰੇ ਤੇ ਇਹ ਸਾਰਾ ਕੁਝ ਮਿਲਾ ਕੇ ਇਹ ਜਿਹੜਾ ਮੇਰੇ ਅਸਤੀਫੇ ਦਾ ਕਾਰਨ ਬਣਿਆ। ਚਾਹੀਦਾ ਨਹੀਂ ਸੀ ਕਿ ਇੰਤਜ਼ਾਰ ਕਰ ਲੈਂਦੇ, ਕਿਉਂਕਿ ਮੈਨੀਫੈਸਟੋ 'ਚ ਇਹ ਵੀ ਗੱਲ ਸੀ ਕਿ ਨਸ਼ਾ ਖਤਮ ਕਰਾਂਗੇ, ਮਜੀਠੀਏ ਦੇ ਉੱਤੇ ਮਾਮਲਾ ਦਰਜ ਕਰਤਾ, ਕਿ ਲੱਗਦਾ ਨਹੀਂ ਸੀ ਕਿ ਇੰਤਜ਼ਾਰ ਕਰ ਲੈਂਦੇ, ਸ਼ਾਇਦ ਬੇਅਦਬੀ ਦਾ ਮੁੱਦਾ ਵੀ ਹੱਲ ਹੋ ਜਾਂਦਾ। ਇਹ ਹੁਣ ਜਦੋਂ 4-5 ਦਿਨ ਜਾਂ 10 ਦਿਨ ਕੋਰਟ ਲੱਗਣ 'ਚ ਰਹਿ ਗਏ ਆ, ਇਹਦੇ ਵਿੱਚ ਉਹਦੀ ਅਰੈਸਟ ਪੈਣੀ ਔਰ ਉਹਦੇ ਤੇ ਐਕਸ਼ਨ ਹੋਣਾ, ਇਹ ਕੁਛ ਨਾਮੁਮਕਿਨ ਜੀ ਗੱਲ ਹੈ। ਸੋ ਇਸ ਗੱਲ ਨੇ ਮੈਨੂੰ ਮਜਬੂਰ ਕੀਤਾ ਕਿ ਮੈਂ ਘੱਟੋ ਘੱਟ ਇਸ ਪਾਪ ਦਾ ਭਾਗੀਦਾਰ ਨਾ ਬਣਾ ਜਿਹੜਾ ਹੋਣ ਜਾ ਰਿਹਾ। ਤਾਂ ਹੁਣ ਅੱਗੋਂ ਕੀ ਰਾਏ ਹੈਗੀ ਮਜੀਠੇ 'ਚ? ਆਪਣੇ ਵਰਕਰਾਂ ਨਾਲ ਗੱਲਬਾਤ ਹੋਈ, ਮੀਟਿੰਗ ਹੋਈ ਇਸ ਬਾਰੇ? ਮੈਂ ਅੱਜ ਹੀ ਆਇਆ ਜੀ, ਤੇ ਮੇਰੀ ਆਪਣੇ ਸਾਥੀਆਂ ਨਾਲ ਮੀਟਿੰਗ ਨਹੀਂ ਹੋਈ। ਮੇਰੇ ਜਦੋਂ ਸਾਥੀਆਂ ਨਾਲ ਮੀਟਿੰਗ ਹੁੰਦੀ ਆ, ਉਸ ਤੋਂ ਬਾਅਦ ਅਸੀਂ ਅਗਲਾ ਕੋਰਸ ਆਫ ਐਕਸ਼ਨ ਜਿਹੜਾ ਆ ਉਹ ਤੈਅ ਕਰਾਂਗੇ। ਜਦੋਂ ਤੁਸੀਂ ਅਸਤੀਫਾ ਭੇਜਿਆ, ਪਾਰਟੀ ਹਾਈ ਕਮਾਂਡ ਦਾ ਕੀ ਰਿਐਕਸ਼ਨ ਸੀ? ਉਹਨਾਂ ਨੇ ਮੈਨੂੰ ਕਿਹਾ ਕਿ ਇਹਦਾ ਕੀ ਕਾਰਨ ਹੈ। ਮੈਂ ਉਹਨਾਂ ਨੂੰ ਦੱਸਿਆ ਸੀਗਾ ਜੀ ਕਿ ਵੀ ਇਹਦੇ ਵਿੱਚ ਜਿਹੜਾ ਅਣਗੌਲਿਆਂ ਕੀਤਾ ਗਿਆ ਮੇਰੇ ਹਰ ਮੁੱਦੇ ਨੂੰ ਔਰ ਮੇਰੀ ਸੋਚ ਨੂੰ, ਔਰ ਮੈਨੂੰ ਜਾਤੀ ਤੌਰ ਤੇ ਵੀ ਇਹਦੇ ਵਿੱਚ ਅਣਗੌਲਿਆਂ ਕੀਤਾ ਗਿਆ। ਇਸ ਕਰਕੇ ਮੈਂ ਅਸਤੀਫਾ ਦਿੱਤਾ। ਅਸਤੀਫਾ ਪਦ ਤੋਂ ਸਮਝੀਏ ਜਾਂ ਕਾਂਗਰਸ 'ਚੋਂ ਸਮਝੀਏ? ਅਸਤੀਫਾ ਪਦ ਤੋਂ ਤੇ ਤੁਸੀਂ ਸਮਝ ਹੀ ਲਓ, ਬਾਕੀ ਕਾਂਗਰਸ ਬਾਰੇ ਵੀ ਮੇਰੇ ਜਿਹੜੇ ਸਾਥੀ ਨੇ ਜਦੋਂ ਆਣ ਕੇ ਵਿਚਾਰ ਕਰਨਗੇ,
ਜੋ ਉਹਨਾਂ ਦਾ ਫੈਸਲਾ ਹੋਇਆ ਉਹ ਮੈਂ ਮੰਨਾਂਗਾ। ਮਜੀਠੀਆ ਸਾਹਿਬ, ਜਦੋਂ ਅਸਤੀਫਾ ਦੇ ਕੇ ਤੁਸੀਂ ਆਪਣੇ ਘਰ ਆ ਰਹੇ ਹੋਵੋਗੇ, ਰਸਤੇ 'ਚ ਕਈ ਪਾਰਟੀਆਂ ਦੇ ਫੋਨ ਵੀ ਆਏ ਹੋ ਸਕਦੇ ਆ ਕਿ ਸਾਡੀ ਪਾਰਟੀ 'ਚ ਸ਼ਾਮਿਲ ਹੋ, ਜਾਂ ਹਜੇ ਇਸ ਤਰ੍ਹਾਂ ਕੁਝ ਨਹੀਂ ਹੋਇਆ? ਉਹ ਹੋਇਆ ਜੀ। ਮੈਂ ਕੈਪਟਨ ਅਮਰਿੰਦਰ ਸਿੰਘ ਜੀ ਹੁਣਾਂ ਵੱਲੋਂ ਵੀ ਔਰ ਬੀਜੇਪੀ ਦੇ ਵੀ ਜਿਹੜੇ ਲੀਡਰ ਸਾਹਿਬਾਨ ਨੇ, ਕਿਉਂਕਿ ਅਸੀਂ ਸਾਰੇ ਇੱਕ ਦੂਜੇ ਨੂੰ ਜਾਣਦੇ ਹੀ ਹੁੰਦੇ ਹਾਂ, ਔਰ ਉਹਦੇ ਨਾਲ ਦੀ ਨਾਲ ਮੇਰੀ ਆਪਣੀ ਪਾਰਟੀ ਵੱਲੋਂ ਵੀ ਸੀਗਾ ਵੀ ਇਹ ਤੁਸੀਂ ਹੁਣ ਇਹ ਸਟੈਪ ਅੱਗੇ ਫਰਦਰ ਨਾ ਲਓ, ਪਰ ਮੈਂ ਜੋ ਇੱਕ ਵਾਰੀ ਕਰ ਦੇਵਾਂ ਮੈਂ ਉਹ ਤੋਂ ਪਿਛਾਂਹ ਨੂੰ ਨਹੀਂ ਮੁੜਦਾ ਹੁੰਦਾ ਜੀ। ਇੱਕ ਵਾਰ ਪਹਿਲਾਂ ਵੀ ਤੁਸੀਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਚੁੱਕੇ ਹੋ, ਕਿ ਇਸ ਵਾਰ ਕਿਸੇ ਪਾਰਟੀ ਦੇ ਝੰਡੇ ਥੱਲੇ ਚੋਣ ਲੜੋਗੇ ਜਾਂ ਆਜ਼ਾਦ ਉਮੀਦਵਾਰ ਹੀ? ਇਹ ਨਾ ਕਿਸੇ ਤਰ੍ਹਾਂ ਵੀ ਹੋ ਸਕਦਾ, ਪਰ ਮੈਂ ਜਦੋਂ ਪਿਛਲੀ ਵਾਰੀ ਵੀ ਜਦੋਂ ਆਜ਼ਾਦ ਚੋਣ ਲੜੀ ਸੀ ਤੇ ਅਸੀਂ ਇੱਥੇ ਇੱਕ ਨਾਅਰਾ ਗੂੰਜਿਆ ਸੀ ਕਿ ਕਾਂਗਰਸ ਦਾ ਚੋਣ ਨਿਸ਼ਾਨ ਜਿਹੜਾ ਆ ਟੈਂਪੂ, ਕਿਉਂਕਿ ਉਦੋਂ ਮੇਰਾ ਆਟੋ ਰਿਕਸ਼ਾ ਮੇਰਾ ਚੈਨਲ ਸੀਗਾ ਜਿਹੜਾ ਚੁਣਾਵ ਚਿੰਨ੍ਹ, ਤੇ ਮੈਂ ਕਾਂਗਰਸ 'ਚ ਵਾਪਸ ਜਾਣ ਦੀ ਗੱਲ ਕੀਤੀ ਸੀ, ਪਰ ਹੁਣ ਅਜਿਹਾ ਕੋਈ ਇਰਾਦਾ ਨਹੀਂ। ਤਾਂ ਹੁਣ ਪਾਰਟੀ ਜਿਹੜੀ ਵਰਕਰਾਂ ਨਾਲ ਮਜੀਠੇ ਦੇ ਵਿੱਚ ਮੀਟਿੰਗ ਹੋਏਗੀ ਜਾਂ ਫੋਨ ਤੇ ਗੱਲਬਾਤ ਹੋ ਰਹੀ ਹੈ? ਨਹੀਂ, ਉਹਨਾਂ ਦੇ ਨਾਲ ਮੀਟਿੰਗ ਵੀ ਹੋਏਗੀ ਔਰ ਫੋਨ ਤੇ ਵੀ ਗੱਲਬਾਤ ਕਈਆਂ ਨਾਲ ਹੋਈ ਆ। ਸੋ ਸਾਰੇ ਜੋ ਵੀ ਸਵਾਲ ਜੋ ਮੈਂ ਜਿਹੜੇ ਉਹਨਾਂ ਨੂੰ ਉਹ ਮੈਨੂੰ ਪੁੱਛਦੇ ਸੀ, ਮੈਂ ਉਹਨਾਂ ਨੂੰ ਹਮੇਸ਼ਾ ਦੱਸਦਾ ਸਾਂ, ਐਕਸਪਲੇਨ ਕਰਦਾ ਸਾਂ ਆਪਣੀ ਪੋਜੀਸ਼ਨ। ਉਹ ਸਾਰੀ ਜਿਹੜੀ ਆ ਉਹ ਸਾਰੇ ਨੂੰ ਮੱਦੇਨਜ਼ਰ ਰੱਖ ਕੇ ਅੱਗੇ ਜੋ ਕੁਛ ਵੀ ਅਸੀਂ ਕਰਨਾ ਉਹ ਕਰਾਂਗੇ। ਮਜੀਠੀਆ ਸਾਹਿਬ, ਲੱਗਦਾ ਨਹੀਂ ਸੀ ਕਿ ਇੱਕ ਵਾਰੀ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਜਾਂ ਚਰਨਜੀਤ ਸਿੰਘ ਚੰਨੀ ਹੋਣਾ ਨਾਲ ਬੈਠ ਕੇ ਗੱਲਬਾਤ ਕੀਤੀ ਜਾ ਸਕਦੀ, ਜਿਹੜੇ ਤੁਹਾਡੇ ਮਨ ਮੁਟਾਵ ਸੀ ਹੋ ਸਕਦਾ ਬੈਠ ਕੇ ਦੂਰ ਹੋ ਜਾਂਦੇ? ਇਹ ਬਹੁਤ ਕੋਸ਼ਿਸ਼ ਕੀਤੀ ਗਈ, ਪਰ ਮੈਨੂੰ ਉਹਦੀ ਅਵੇਲੇਬਿਲਿਟੀ ਨਹੀਂ ਮਿਲੀ, ਇਸ ਕਰਕੇ ਜਿਹੜਾ ਆ ਉਹ ਸਾਰਾ ਜਿਹੜਾ ਆ ਉਹ ਕੰਮ ਰਹਿੰਦਾ ਰਹਿ ਗਿਆ। ਮੇਰਾ ਆਖਰੀ ਸਵਾਲ ਹੈ, ਕੀ ਬੀਜੇਪੀ 'ਚ ਸ਼ਾਮਿਲ ਹੋ ਸਕਦੇ ਆ ਲਾਲੀ ਮਜੀਠੀਆ, ਕਿਉਂਕਿ ਬਹੁਤ ਸਾਰੇ ਕਾਂਗਰਸੀ ਨੇਤਾ ਕਾਂਗਰਸ ਛੱਡ ਕੇ ਬੀਜੇਪੀ 'ਚ ਸ਼ਾਮਿਲ ਹੋ ਰਹੇ ਨੇ? ਜਿਹੜੇ ਬੀਜੇਪੀ 'ਚ ਸ਼ਾਮਲ ਹੋ ਰਹੇ ਨੇ ਉਹ ਇੱਕ ਤੇ ਨੇਤਾ ਨੇ, ਮੈਂ ਆਪਣੇ ਆਪ ਨੂੰ ਹਮੇਸ਼ਾ ਵਰਕਰ ਸਮਝਦਾ ਰਿਹਾ, ਪਰ ਕਿਸੇ ਵੀ ਸੂਰਤ ਦੇ ਵਿੱਚ ਮੈਂ ਭਾਰਤੀ ਜਨਤਾ ਪਾਰਟੀ 'ਚ ਨਹੀਂ ਜਾ ਰਿਹਾ। ਇਹ ਸੀ ਸੁਖਜਿੰਦਰ ਰਾਜ ਲਾਲੀ ਮਜੀਠੀਆ, ਜਿਨ੍ਹਾਂ ਨੇ ਅੱਜ ਆਪਣੇ ਪਨਗ੍ਰੇਨ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਤਾਂ ਨਾਲ ਹੀ ਉਹਨਾਂ ਨੇ ਕਿਹਾ ਕਿ ਹੁਣ ਉਹ ਮਜੀਠੇ ਪਹੁੰਚੇ ਆ, ਵਰਕਰਾਂ ਨਾਲ ਗੱਲਬਾਤ ਕਰਨਗੇ, ਅਗਰ ਵਰਕਰ ਕਹਿਣਗੇ ਤੇ ਉਹ ਕਾਂਗਰਸ ਵਿੱਚ ਰਹਿਣਗੇ, ਅਗਰ ਵਰਕਰ ਚਾਹਣਗੇ ਤਾਂ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਵੀ ਇਲੈਕਸ਼ਨ ਜਿਹੜੇ ਆ ਉਹ ਦੁਬਾਰਾ ਮਜੀਠੇ ਹਲਕੇ 'ਚੋਂ ਲੜ ਸਕਦੇ ਆ। ਇੱਥੇ ਹੀ ਤੁਹਾਨੂੰ ਦੱਸ ਦਈਏ ਕਿ ਲਾਲੀ ਮਜੀਠੀਆ ਵੱਲੋਂ ਇੱਕ ਵਾਰ ਪਹਿਲਾਂ ਵੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਮਜੀਠੇ ਹਲਕੇ ਵਿੱਚੋਂ ਇਲੈਕਸ਼ਨ ਲੜੀ ਹੈ, ਤਾਂ ਉਦੋਂ ਵੀ ਮਜੀਠਾ ਵਾਸੀਆਂ ਨੇ ਇਹਨਾਂ ਨੂੰ ਭਰਵਾਂ ਹੁੰਗਾਰਾ ਜਿਹੜਾ ਦਿੱਤਾ ਸੀ। ਤੇ ਇੱਕ ਵਾਰ ਫਿਰ ਹੁਣ 2022 ਦੀਆਂ ਚੋਣਾਂ ਦਾ ਸਮਾਂ ਨਜ਼ਦੀਕ ਆਉਂਦਾ ਜਾ ਰਿਹਾ। ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਸੁਖਜਿੰਦਰ ਰਾਜ ਲਾਲੀ ਮਜੀਠੀਆ ਕਿਸੇ ਪਾਰਟੀ ਦੇ ਝੰਡੇ ਹੇਠ ਇਲੈਕਸ਼ਨ ਲੜਦੇ ਆ ਜਾਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਲੜਦੇ ਆ। ਫਿਲਹਾਲ ਇਹਨਾਂ ਵੱਲੋਂ ਆਪਣੇ ਚੇਅਰਮੈਨੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ। ਕੈਮਰਾਮੈਨ ਪ੍ਰਦੀਪ ਦੇ ਨਾਲ ਮੁਕੇਸ਼ ਮਹਿਰਾ, ਵਿਜ਼ਨ ਪੰਜਾਬ ਟੀਵੀ, ਮਜੀਠਾ, ਅੰਮ੍ਰਿਤਸਰ।